ਵਾਹਿਗੁਰੂ 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 ਵਾਹਿਗੁਰੂ। ਐਸਾ ਦੇਖ ਬਿਮੋਹਿਤ ਹੋਏ, ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਧਰੋਹਨ ਧਰੋਹੇ। ਗੁਰੂ ਅਰਜਨ ਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 370 ਦੇ ਉੱਤੇ ਸੁਸ਼ੋਭਿਤ ਹੈ। ਇਹ ਸ਼ਬਦ ਗੁਰੂ ਅਰਜਨ ਦੇਵ ਜੀ ਅੱਜ ਸਾਨੂੰ ਸਮਝਾ ਰਹੇ ਨੇ, ਅੱਜ ਸਾਨੂੰ ਇਹ ਦੱਸ ਰਹੇ ਨੇ ਕਿ ਸਾਰਾ ਸੰਸਾਰ ਜਿਹੜਾ ਹੈ ਇਸ ਠੱਗਣੀ ਮਾਇਆ ਦੇ ਪ੍ਰਭਾਵ ਵਿੱਚ ਮਸਤ ਹੋ ਗਿਆ। ਐਸਾ ਦੇਖ ਬਿਮੋਹਿਤ ਹੋਏ, ਇਸ ਨੂੰ ਵੇਖ ਕੇ ਸਾਰਾ ਸੰਸਾਰ ਬਿਮੋਹਿਤ ਹੋ ਗਿਆ, ਮੋਹਿਆ ਗਿਆ। ਮਾਇਆ ਨੂੰ ਦੇਖ ਕੇ ਸੰਸਾਰ ਮੋਹਿਆ ਗਿਆ ਹੈ ਤੇ ਉਹਦੇ ਕਾਰਨ ਇਹਦੇ ਜੀਵ ਦਾ ਜਿਹੜਾ ਮਨ ਹੈ ਹਰ ਵੇਲੇ ਪਾਰੇ ਦੀ ਤਰ੍ਹਾਂ ਹਿਲਦਾ ਰਹਿੰਦਾ ਹੈ, ਕਦੇ ਟਿਕਾਉ ਨਹੀਂ ਆਉਂਦਾ ਇਹਨੂੰ। ਸਾਧਕ ਸਿੱਧ ਸੁਰਦੇਵ ਮਨੁੱਖਾ, ਸਾਧਕ ਸਿੱਧ ਜਿਹੜੇ ਸਾਧਨਾ ਕਰਦੇ ਨੇ ਬੰਦੇ, ਜੋਗੀ ਜਿਹੜੇ ਧਿਆਨ ਲਾਉਂਦੇ, ਧਿਆਨ ਲਾ ਕੇ ਬੈਠੇ ਰਹਿੰਦੇ ਨੇ ਪੂਰਾ ਦਿਨ ਵੀ। ਕਈ ਜੋਗੀ ਅੱਖਾਂ ਬੰਦ ਕਰਕੇ ਤੇ ਬੈਠੇ ਰਹਿੰਦੇ ਨੇ, ਕਈ ਮਹੀਨਿਆਂ ਤੱਕ ਬੈਠੇ ਰਹਿੰਦੇ। ਉਹਨਾਂ ਨੂੰ ਕਹਿੰਦੇ ਨੇ ਸਾਧਕ ਸਿੱਧ, ਜਿਹੜੇ ਸਾਧਨਾ ਵਿੱਚ ਪੁੱਗੇ ਹੋਏ ਨੇ, ਜਿਨ੍ਹਾਂ ਦਾ ਸਟੈਮਿਨਾ ਬਣ ਗਿਆ ਹੈ ਅੱਖਾਂ ਬੰਦ ਕਰਕੇ ਤੇ ਬੈਠੇ ਰਹਿਣਾ। ਪਰ ਗੁਰੂ ਮਹਾਰਾਜ ਕਹਿ ਰਹੇ ਨੇ ਉਹਨਾਂ ਦਾ ਵੀ ਜਿਹੜਾ ਮਨ ਹੈ ਨਾ, ਮਾਇਆ ਦੇ ਪ੍ਰਭਾਵ ਤੋਂ ਨਹੀਂ ਬਚਿਆ। ਸਾਧਕ ਸਿੱਧ ਸੁਰਦੇਵ ਮਨੁੱਖਾ, ਦੇਵਤੇ ਤੇ ਮਨੁੱਖ ਸਾਰਿਆਂ ਦੀ ਇਹੀ ਹਾਲਾਤ ਹੈ। ਮਨ ਜਿਹੜਾ ਏ ਉਹਨਾਂ ਦੇ ਵਸ ਵਿੱਚ ਨਹੀਂ ਹੈ, ਅੱਖਾਂ ਬੰਦ ਕਰਕੇ ਬਹਿ ਜਾਂਦੇ ਨੇ। ਬਿਨ ਸਾਧੂ ਸਭ ਧਰੋਹਨ ਧਰੋਹੇ, ਸਾਧੂ ਕਹਿੰਦੇ ਨੇ ਗੁਰੂ ਤੋਂ ਬਿਨਾ ਇਹ ਸਾਰੇ ਜਿਹੜੇ ਧਿਆਨ ਲਾਉਂਦੇ ਸਾਧੂ, ਜਿਹੜੇ ਦੇਵਤੇ ਨੇ ਉਹ ਧਿਆਨ ਲਾਉਂਦੇ, ਪਰ ਅੰਦਰ ਜਿਹੜਾ ਮਾਇਆ ਦਾ ਪ੍ਰਭਾਵ ਅੰਦਰ ਹੈ, ਅੰਦਰੋਂ ਕ੍ਰੋਧ ਨਹੀਂ ਗਿਆ, ਵਾਸ਼ਨਾ ਨਹੀਂ ਗਈ, ਲੋਭ ਨਹੀਂ ਗਿਆ, ਮੇਰ ਤੇਰ ਨਹੀਂ ਗਈ, ਤੇ ਮਾਇਆ ਕਿਸੇ ਨਾ ਕਿਸੇ ਪ੍ਰਭਾਵ ਦੇ ਵਿੱਚ ਇਹਨਾਂ ਨੂੰ ਠੱਗੀ ਜਾਂਦੀ ਹੈ। ਅੱਜ ਗੁਰੂ ਮਹਾਰਾਜ ਕਹਿ ਰਹੇ ਨੇ ਸਾਰੇ ਹੀ ਠੱਗੇ ਜਾ ਰਹੇ ਨੇ, ਪਰ ਜਿਨ੍ਹਾਂ ਨੂੰ ਗੁਰੂ ਮਿਲਿਆ, ਸਮਰੱਥ ਗੁਰੂ ਮਿਲਿਆ, ਬਿਨ ਸਾਧੂ ਸਭ ਧਰੋਹੇ ਧਰੋਹੇ, ਸਾਰੇ ਹੀ ਠੱਗੇ ਜਾ ਰਹੇ ਨੇ ਗੁਰੂ ਤੋਂ ਬਿਨਾ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿੰਨੇ ਵੀ ਕਿਸੇ ਵੀ ਮਨੁੱਖ ਨੇ, ਭਾਵੇਂ ਉਹ ਜੋਗੀ ਹੈ, ਸਾਧੂ ਹੈ, ਭਾਵੇਂ ਉਹ ਦੇਵਤਾ ਹੈ,
ਜਿਨ ਲਾਈ ਪ੍ਰੀਤ, ਇਸ ਮਾਇਆ ਦੇ ਨਾਲ ਜਿਨੇ ਪਿਆਰ ਲਾਇਆ, ਉਹ ਫਿਰ ਮਾਇਆ ਨੇ ਉਸ ਨੂੰ ਖਾਧਾ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ। ਪ੍ਰੀਤ ਲਾਣੀ ਹੈ ਤੇ ਪ੍ਰਮਾਤਮਾ ਦੇ ਨਾਲ ਅਸੀਂ ਕਰਦੇ ਕੀ ਹਾਂ? ਰੱਬ ਨੂੰ ਭੁਲਾ ਕੇ ਸੰਸਾਰ ਦੀਆਂ ਵਸਤੂਆਂ ਦੇ ਵਿੱਚ ਸਾਡੀ ਪ੍ਰੀਤ ਜਿਹੜੀ ਲੱਗ ਜਾਂਦੀ। ਬਿਨਾਂ ਗੁਰੂ ਦੇ ਗਿਆਨ ਤੋਂ ਇਹ ਝੂਠੀਆਂ ਪ੍ਰੀਤਾਂ ਜਿਹੜੀਆਂ ਟੁੱਟਦੀਆਂ ਨਹੀਂ, ਕਿਉਂਕਿ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹਰ ਜੀਵ ਆਪਣਾ ਕਰਮ ਕਰ ਰਿਹਾ ਹੈ। ਜੇ ਸਾਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਇਹ ਸਾਰੀ ਖੇਲ ਚੱਲ ਰਹੀ ਹੈ, ਤੇ ਫਿਰ ਹੁਕਮ ਵਿੱਚ ਚੱਲ ਰਹੀ ਹੈ ਤੇ ਜੀਵਤੂ ਵਿੱਚ ਅੜੰਗਾ ਨਾ ਅੜਾ। ਜਿਹੜਾ ਬੰਦਾ ਵਿੱਚ ਹੁਕਮ ਦੇ ਵਿੱਚ ਕਹਿੰਦਾ ਕਿ ਇਸ ਤਰ੍ਹਾਂ ਹੋ ਜਾਏ, ਇਸ ਤਰ੍ਹਾਂ ਹੋ ਜਾਏ, ਉਹ ਹੁਕਮ ਤੋਂ ਮੁਨੱਕਰ ਹੈ। ਹੁਕਮ ਮੰਨਣਾ ਕੀ ਹੈ? ਜੋ ਕਿਛ ਕਰੇ ਸੋਈ ਸੁਖ ਮਾਨ। ਜੋ ਤੇਰੇ ਨਾਲ ਕਰ ਰਿਹਾ ਹੈ ਕਿ ਸਮਝ ਪਰਮਾਤਮਾ ਠੀਕ ਕਰ ਰਿਹਾ ਹੈ, ਇਹ ਪਰਮਾਤਮਾ ਦਾ ਹੁਕਮ ਹੈ। ਤੂੰ ਆਪਣੇ ਤਰਫੋਂ ਚੰਗੇ ਕਰਮ ਕਰੀ ਜਾ। ਗੁਰੂ ਮਹਾਰਾਜ ਕਹਿ ਰਹੇ ਨੇ, ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ। ਜਿਨੇ ਇਸ ਮਾਇਆ ਨਾਲ ਪ੍ਰੀਤ ਲਾਈ, ਮਾਇਆ ਉਸੇ ਨੂੰ ਹੀ ਖਾ ਗਈ। ਜਿਨ ਸੁਖ ਬੈਠਾਲੀ ਤਿਸ ਕੋ ਤਿਸ ਭੋ ਬਹੁਤ ਦਿਖਾਇਆ। ਬਸ ਜਿਨੇ ਇਸ ਨੂੰ ਆਦਰ ਦੇ ਕੇ ਆਪਣੇ ਕੋਲ ਬਿਠਾਇਆ ਹੈ, ਫਿਰ ਇਸ ਮਾਇਆ ਨੇ ਉਹਨੂੰ ਬੜਾ ਡਰਾਇਆ ਹੈ। ਮਾਇਆ ਡਰਾਉਂਦੀ ਹੈ, ਫਿਰ ਜੀਵ ਨੂੰ ਡਰਾਉਂਦੀ ਹੈ, ਭਟਕਾਉਂਦੀ ਹੈ, ਕਹਿੰਦੀ ਹੈ ਮੇਰੀ ਸਰਕਾਰ ਹੀ ਸੱਚੀ ਹੈ। ਮਾਇਆ ਕਹਿੰਦੀ ਹੈ ਮੈਂ ਹੀ ਅਸਲੀ ਹਾਂ, ਤੂੰ ਮੈਨੂੰ ਹੀ ਪ੍ਰਾਪਤ ਕਰਨ ਵਾਸਤੇ ਤੇਰਾ ਜਨਮ ਹੋਇਆ, ਤੂੰ ਇਸ ਧਰਤੀ ਤੇ ਆਇਆ। ਤੇ ਮਾਇਆ ਕਹਿੰਦੀ ਤੂੰ ਮੈਨੂੰ ਪ੍ਰਾਪਤ ਕਰਨ ਵਾਸਤੇ ਆਇਆ, ਜੇ ਮੈਨੂੰ ਪ੍ਰਾਪਤ ਨਹੀਂ ਕੀਤਾ ਤੇ ਤੂੰ ਕੁਝ ਨਹੀਂ ਕੀਤਾ। ਜਿਨ ਸੁਖ ਬੈਠਾਲੀ, ਜਿਨੇ ਇਹਨੂੰ ਆਦਰ ਦਿੱਤਾ, ਸਾਂਭ ਸਾਂਭ ਕੇ ਰੱਖੀ, ਤਿਸ ਭੋ ਬਹੁਤ ਦਿਖਾਇਆ। ਉਹਨੂੰ ਬੜਾ ਡਰ ਦਿਖਾਇਆ ਇਹਨੇ। ਫਿਰ ਇਹਨੇ ਦੱਸਿਆ ਹੈ ਕਿ ਮੇਰੀ ਸਰਕਾਰ ਚੱਲ ਰਹੀ ਹੈ ਇੱਥੇ, ਅਸਲੀ ਘਰ ਇਹੋ ਹੀ ਹੈ, ਤੂੰ ਇਹੋ ਹੀ ਪ੍ਰਾਪਤ ਕਰਨ ਵਾਸਤੇ ਆਇਆ। ਤੇ ਬੰਦੇ ਨੂੰ ਠੱਗ ਲੈਂਦੀ ਹੈ, ਇਹਦੀ ਬੁੱਧੀ ਜਿਹੜੀ ਹੈ ਉਹ ਹਿਰ ਲੈਂਦੀ ਹੈ, ਇਹਦੀ ਜਿਹੜੀ ਸਮਝ ਹੈ ਇਹਨੂੰ ਖਤਮ ਕਰ ਦਿੰਦੀ ਹੈ, ਤੇ ਉਹਦੇ ਪ੍ਰਭਾਵ ਦੇ ਥੱਲੇ ਇਹ ਜੀਵ ਆ ਜਾਂਦਾ ਹੈ ਤੇ ਹਰ ਵੇਲੇ ਡਰਦਾ ਰਹਿੰਦਾ ਹੈ। ਲੋਕਾਂ ਤੋਂ ਡਰਦਾ, ਲੋਕ ਵਿਖਾਵੇ ਤੋਂ ਡਰਦਾ, ਪਰ ਵਿਰਲੇ ਬੰਦੇ ਜਾਗੇ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋਈ। ਭਾਈ ਮੀਤ ਕੁਟੰਬ ਦੇਖ ਵਿਵਾਦੇ। ਇਸ ਮਾਇਆ ਦੇ ਕਾਰਨ ਭਾਈ ਮਿੱਤਰ ਪਰਿਵਾਰ ਇਸ ਮਾਇਆ ਨੂੰ ਵੇਖ ਕੇ ਆਪਸ ਵਿੱਚ ਲੜ ਪੈਂਦੇ ਨੇ। ਬੰਦੇ ਦੀ ਲੜਾਈ ਹੋ ਜਾਂਦੀ ਹੈ ਇਸ ਮਾਇਆ ਦੇ ਕਾਰਨ। ਇਹ ਜਿਹੜਾ ਝਗੜਾ ਹੈ ਇਸ ਮਾਇਆ ਦੇ ਕਾਰਨ ਮੁੱਕਦਾ ਨਹੀਂ। ਭਾਈ ਮੀਤ ਕੁਟੰਬ ਦੇਖ ਵਿਵਾਦੇ, ਲੜ ਪੈਂਦੇ। ਹਮ ਆਈ ਵਸਗਤ ਗੁਰ ਪ੍ਰਸਾਦੇ। ਗੁਰੂ ਮਹਾਰਾਜ ਕਹਿ ਰਹੇ ਨੇ ਗੁਰੂ ਦੀ ਕਿਰਪਾ ਦੇ ਨਾਲ ਇਹ ਸਾਡੇ ਵਸ ਵਿੱਚ ਆ ਗਈ ਹੈ। ਭਾਵ ਹੁਣ ਮਾਇਆ ਦੇ ਕਾਰਨ ਮੈਂ ਕੋਈ ਝਗੜਾ ਨਹੀਂ ਕਰਦਾ, ਕੋਈ ਮੇਰ ਤੇਰ ਨਹੀਂ ਹੈ, ਕੋਈ ਕਿਸੇ ਬੰਦੇ ਤੋਂ ਕੋਈ ਆਸ ਨਹੀਂ ਹੈ। ਜੋ ਪਰਮਾਤਮਾ ਦੇ ਰਿਹਾ ਹੈ, ਭਾਵੇਂ ਪਰਮਾਤਮਾ ਲੈ ਰਿਹਾ ਹੈ, ਉਹਦੇ ਹੁਕਮ ਵਿੱਚ ਕੋਈ ਵਿਗੜ ਨਹੀਂ।
ਅੱਜ ਗੁਰੂ ਮਹਾਰਾਜ ਸਾਨੂੰ ਦੱਸ ਰਹੇ ਨੇ, ਇਹ ਮਨੁੱਖ ਤੇਰੇ ਜੀਵਨ ਦੇ ਵਿੱਚ ਪਰਮਾਤਮਾ ਜੋ ਵੀ ਕਰ ਰਿਹਾ ਹੈ ਤੂੰ ਉਹਨੂੰ ਸੁੱਖ ਸਮਝ, ਉਹਨੂੰ ਦੁੱਖ ਨਾ ਸਮਝ। ਤੂੰ ਉਹਦੇ ਪ੍ਰਭਾਵ ਤੋਂ ਬਚਣਾ ਹੈ, ਮਾਇਆ ਦੇ ਪ੍ਰਭਾਵ ਤੋਂ। ਉਹਨੂੰ ਪਤਾ ਕਿਸ ਤਰ੍ਹਾਂ ਲੱਗੇ ਕਿ ਮਾਇਆ ਦਾ ਪ੍ਰਭਾਵ ਇਸ ਜੀਵ ਦੇ ਅੰਦਰ ਹੈ। ਮਨ ਜਿਹੜਾ ਹੈ ਬੰਦੇ ਦਾ ਬੜਾ ਡੋਲਦਾ ਹੈ, ਬਾਰ-ਬਾਰ ਡੋਲਦਾ ਹੈ, ਇਹਦੇ ਅੱਗੇ ਡੋਲ ਜਾਂਦਾ ਹੈ। ਜੇ ਸਮਝ ਲਓ ਮਨ ਬਾਰ-ਬਾਰ ਡੋਲ ਰਿਹਾ ਹੈ ਤੇ ਮਾਇਆ ਦੇ ਪ੍ਰਭਾਵ ਥੱਲੇ ਆ ਗਿਆ ਹੈ। ਹੁਣ ਕਰਨਾ ਕੀ ਹੈ? ਹੁਣ ਗੁਰੂ ਦੇ ਸ਼ਬਦ ਨੂੰ ਪੜ੍ਹਨਾ ਹੈ, ਗੁਰੂ ਦੇ ਸ਼ਬਦ ਨੂੰ ਵਿਚਾਰਨਾ ਹੈ, ਜੇ ਮਨ ਨੂੰ ਸਥਿਰ ਕਰਨਾ ਹੈ, ਮਨ ਨੂੰ ਰੋਕਣਾ ਹੈ। ਹੁਣ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ, ਸੱਚ ਨੂੰ ਪਕੜਨਾ ਹੈ। ਨਹੀਂ ਤੇ ਮਾਇਆ ਨੇ ਜੀਵ ਨੂੰ ਅੰਨਾ ਕਰ ਦੇਣਾ ਹੈ। ਮਾਇਆ ਦੇ ਕਾਰਨ ਜੀਵ ਜਿਹੜਾ ਹੈ ਆਪਣੇ ਅਸਲੀ ਘਰ ਨੂੰ ਭੁੱਲ ਜਾਂਦਾ ਹੈ ਤੇ ਮਾਇਆ ਦੇ ਘਰ ਨੂੰ ਅਸਲੀ ਸਮਝ ਕੇ ਉਹਦੇ ਪਿੱਛੇ ਬੜਾ ਕਲਪਦਾ ਹੈ, ਹਰ ਵੇਲੇ ਝੂਰਦਾ ਹੈ, ਹਰ ਵੇਲੇ ਦੁਖੀ ਰਹਿੰਦਾ ਹੈ। ਅੰਤ ਵੇਲੇ ਮਾਇਆ ਦਾ ਮੰਦਰ ਜਦੋਂ ਛੱਡਦਾ ਹੈ ਉਸ ਵੇਲੇ ਬਹੁਤ ਦੁਖੀ ਹੁੰਦਾ ਹੈ। ਤੇ ਗੁਰੂ ਮਹਾਰਾਜ ਸਾਨੂੰ ਦੱਸ ਰਹੇ ਨੇ ਅੱਜ, ਐਸਾ ਦੇਖ ਵਿਮੋਹਿਤ ਹੋਏ। ਹੁਣ ਮਨੁੱਖ ਜਿਹੜੇ ਨੇ ਇਹਨੂੰ ਵੇਖ ਕੇ ਬੜੇ ਵਿਮੋਹਿਤ ਹੋ ਗਏ। ਜਦੋਂ ਸਾਡਾ ਜਨਮ ਨਹੀਂ ਸੀ ਹੋਇਆ ਇਸ ਧਰਤੀ ਦੇ ਉੱਪਰ, ਜਦੋਂ ਪਰਮਾਤਮਾ ਨੇ ਸਾਨੂੰ ਧਰਤੀ ਤੇ ਭੇਜਿਆ, ਇੱਥੇ ਆ ਕੇ ਇੱਥੇ ਬੜੇ ਕਿਸਮ ਦੀ ਮਾਇਆ ਜਿਹੜੀ ਬੰਦੇ ਤੇ ਪੈਂਦੀ ਹੈ। ਬਚਪਨ ਤੇ ਅਗਿਆਨਤਾ ਵਿੱਚ ਚਲਾ ਜਾਂਦਾ, ਫਿਰ ਜਵਾਨੀ ਆਂਦੀ ਹੈ, ਵਿਕਾਰ ਜਿਹੜੇ ਇਹਨੂੰ ਸਮਝਣ ਨਹੀਂ ਦਿੰਦੇ। ਪਰ ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਦੇ ਜੀਵਨ ਵਿੱਚ ਗੁਰੂ ਆ ਜਾਂਦਾ ਹੈ, ਭਾਵ ਚੰਗੀ ਮੱਤ ਉਹਦੇ ਅੰਦਰ ਆ ਜਾਂਦੀ ਹੈ। ਉਹ ਚੰਗੀ ਮੱਤ ਨੂੰ ਪਕੜਨ ਦੀ ਪਾਵਰ ਜਿਹੜੀ ਹੈ ਉਸ ਜੀਵ ਦੇ ਅੰਦਰ ਆ ਜਾਂਦੀ ਹੈ। ਫਿਰ ਉਹਨੂੰ ਸਮਝ ਪੈਂਦੀ ਹੌਲੀ ਹੌਲੀ, ਫਿਰ ਉਹੀ ਚੀਜ਼ ਇਹਨੂੰ ਬਚਾਉਂਦੀ ਹੈ। ਜੇ ਸਾਡੇ ਜੀਵਨ ਵਿੱਚ ਗੁਰੂ ਨਹੀਂ ਹੈ, ਅੰਦਰ ਪ੍ਰਮਾਤਮਾ ਦੀ ਯਾਦ ਨਹੀਂ ਹੈ, ਅਸਲੀ ਪ੍ਰਮਾਤਮਾ ਦੀ, ਤੇ ਅਸੀਂ ਬਚ ਨਹੀਂ ਪਾਵਾਂਗੇ। ਕਿਉਂਕਿ ਮਾਇਆ ਦੇ ਵਿੱਚ ਆ ਕੇ ਇਹਦਾ ਸੇਕ ਤੇ ਲੱਗਣਾ ਹੈ, ਪਰ ਅੰਦਰ ਰੱਬ ਦੇ ਨਾਮ ਦੀ ਠੰਡ ਨਹੀਂ ਹੈ ਤੇ ਜੀਵ ਦਾ ਬਚਣਾ ਮੁਸ਼ਕਲ ਹੈ। ਐਸਾ ਦੇਖ ਵਿਮੋਹਿਤ ਹੋਏ, ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਧਰੋਹੇ, ਧਰੋਹਨ ਧੋਹੇ। ਇਕ ਫਿਰੇ ਉਦਾਸੀ, ਤਿਨ ਕਾਮ ਵਿਆਪੈ। ਕਈ ਬੰਦੇ ਉਦਾਸੀ ਬਣ ਜਾਂਦੇ ਨੇ ਕਿ ਮੈਂ ਉਦਾਸੀ ਦਾ ਮਤਲਬ ਘਰ-ਬਾਰ ਛੱਡ ਕੇ ਭਟਕਣਾ, ਜੰਗਲਾਂ ਵਿੱਚ ਭਟਕਣਾ, ਮੱਠਾਂ ਵਿੱਚ ਭਟਕਣਾ, ਮੰਦਰਾਂ ਮਸਜਿਦਾਂ ਗੁਰਦੁਆਰਿਆਂ ਵਿੱਚ ਕਈ ਲੋਕ ਉਦਾਸੀ ਬਣ ਜਾਂਦੇ, ਘਰ ਛੱਡ ਦਿੰਦੇ ਨੇ। ਤੇ ਗੁਰੂ ਮਹਾਰਾਜ ਕਹਿ ਰਹੇ ਨੇ, ਇੱਕ ਫਿਰੇ ਉਦਾਸੀ। ਕਈ ਬੰਦੇ ਉਦਾਸੀ ਬਣਦੇ, ਤਿਆਗੀ ਬਣਦੇ, ਤੁਰਦੇ ਫਿਰਦੇ, ਪਰ ਉਹਨਾਂ ਨੂੰ ਇਹ ਮਾਇਆ ਜਿਹੜੀ ਹੈ ਕਾਮ ਵਾਸ਼ਨਾ ਦੀ ਸ਼ਕਲ ਵਿੱਚ ਆ ਦਬਾਉਂਦੀ ਹੈ। ਤਿੰਨ ਕਾਮ ਵਿਆਪੈ, ਉਹਨਾਂ ਨੂੰ ਕਾਮ ਵਾਸ਼ਨਾ ਦੀ ਸ਼ਕਲ ਵਿੱਚ ਮਾਇਆ ਆ ਪਕੜਦੀ ਹੈ। ਇੱਕ ਸੰਚੇ ਗਿਰਹੀ, ਤਿੰਨ ਹੋਏ ਨਾ ਆਪੈ। ਇੱਕ ਗ੍ਰਸਤੀ ਹੋ ਕੇ ਮਾਇਆ ਇਕੱਠੀ ਕਰਦੇ ਨੇ ਬੰਦੇ। ਆਮ ਲੋਕੀ ਗ੍ਰਸਤੀ ਨੇ, ਉਹ ਵੀ ਮਾਇਆ ਇਕੱਠੀ ਕਰਨ ਨੂੰ ਹੀ ਆਪਣਾ ਅਸਲੀ ਜੀਵਨ ਸਮਝਦੇ, ਪਰ ਇਹ ਨਹੀਂ ਪਤਾ ਤੇਰੀ ਇਹ ਚੀਜ਼ ਤੇਰੀ ਆਪਣੀ ਨਹੀਂ ਹੈ। ਇਹ ਕਿਸੇ ਦੀ ਨਹੀਂ ਬਣਦੀ ਮਾਇਆ ਜਿਹੜੀ ਹੈ, ਇਹ ਕਿਸੇ ਦੀ ਵੀ ਨਹੀਂ ਬਣੀ ਤੇ ਨਾ ਬਣੇਗੀ। ਜੇ ਤੇ ਵਿਵੇਕ ਬੁੱਧੀ ਕੋਲ ਹੈ, ਗੁਰੂ ਦੀ ਮੱਤ ਕੋਲ ਹੈ,
ਤੇ ਫਿਰ ਤੇ ਬੰਦਾ ਬਚ ਸਕਦਾ ਹੈ। ਜੇ ਬੰਦੇ ਦੇ ਜੀਵਨ ਵਿੱਚ ਗੁਰੂ ਦਾ ਸਿਮਰਨ ਨਹੀਂ ਹੈ, ਰੱਬ ਦੀ ਯਾਦ ਨਹੀਂ, ਫਿਰ ਉਹਨੂੰ ਖਾ ਜਾਂਦੀ ਹੈ। ਇੱਕ ਸੰਚੇ ਗਿਰਹੀ ਤਿਨ ਹੋਏ ਨਾ ਪੈ, ਇੱਕ ਸਤੀ ਕਹਾਵੇ ਤਿਨ ਬਹੁਤ ਕਲਪਾਵੈ। ਸਤੀ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਬੜੇ ਦਾਨੀ ਕਹਿਲਾਣਾ, ਉਹਨਾਂ ਨੂੰ ਹੀ ਬੜੀ ਦੁਖੀ ਕਰਦੀ ਹੈ। ਹਮ ਹਰ ਰਾਖੇ ਲਗ ਸਤਿਗੁਰ ਪਾਵੈ, ਗੁਰੂ ਦੀ ਚਰਨੀ ਲੱਗ ਕੇ, ਸਤਿਗੁਰੂ ਦੀ ਚਰਨੀ ਲੱਗ ਕੇ ਸਾਨੂੰ ਪਰਮਾਤਮਾ ਨੇ ਇਸ ਮਾਇਆ ਦੇ ਪੰਜੇ ਤੋਂ ਬਚਾ ਲਿਆ। ਮਾਇਆ ਪ੍ਰਭਾਵ ਕਿੱਥੇ ਪਾਉਂਦੀ ਹੈ? ਮਨ ਉੱਤੇ ਪਾਉਂਦੀ ਹੈ। ਜਦੋਂ ਪ੍ਰਭਾਵ ਪੈਂਦਾ ਹੈ ਮਨ ਦਾ, ਮਨ ਦੇ ਉੱਤੇ ਮਾਇਆ ਦਾ, ਜੀਵ ਫਿਰ ਕਲਪਦਾ ਬੜਾ ਅੰਦਰੋਂ ਬੜਾ ਦੁਖੀ ਹੁੰਦਾ ਹੈ। ਤੇ ਗੁਰੂ ਮਹਾਰਾਜ ਕਹਿੰਦੇ ਨੇ ਇਹ ਸਾਰਿਆਂ ਨੂੰ ਹੀ ਤੰਗ ਕਰ ਰਹੀ ਹੈ। ਭਾਵੇਂ ਕੋਈ ਸਾਧੂ ਹੈ, ਜੋਗੀ ਹੈ, ਤਪਸਵੀ ਹੈ, ਕੋਈ ਦੇਵ ਪੁਰਸ਼ ਹੈ, ਕੋਈ ਗ੍ਰਸਤੀ ਹੈ, ਕੋਈ ਘਰ ਛੱਡ ਕੇ ਚਲਾ ਗਿਆ, ਸਾਰਿਆਂ ਨੂੰ ਹੀ ਤੰਗ ਕਰਦੀ ਹੈ। ਪਰ ਜਿਹਦੇ ਜੀਵਨ ਵਿੱਚ ਗੁਰੂ ਹੈ, ਸੱਚਾ ਗੁਰੂ ਹੈ, ਉਹ ਇਸ ਮਾਇਆ ਦੇ ਪ੍ਰਭਾਵ ਤੋਂ ਬਚਿਆ। ਹਮ ਹਰ ਰਾਖੇ ਲਗ ਸਤਿਗੁਰ ਪਾਵੈ, ਤਪ ਕਰਤੇ ਤਪੱਸੀ ਭੂਲੇ। ਤਪ ਕਰਕੇ ਤਪਸਵੀਆਂ ਨੂੰ ਇਸ ਮਾਇਆ ਨੇ ਕੁਰਾਏ ਪਾ ਦਿੱਤਾ ਹੈ। ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹ ਗਲਤ ਰਸਤੇ ਉੱਤੇ ਤੁਰ ਪੈਂਦਾ ਹੈ। ਮਾਇਆ ਐਸਾ ਪ੍ਰਭਾਵ ਪਾਉਂਦੀ ਹੈ ਇਹਦੇ ਉੱਤੇ, ਇਹਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਇਹਦਾ ਰਸਤਾ ਬਦਲ ਗਿਆ। ਤਪ ਕਰਤੇ ਤਪੱਸੀ ਭੂਲੇ, ਪੰਡਿਤ ਮੋਹੇ ਲੋਭ ਸਬਾਏ। ਪੰਡਤ ਕਹਿੰਦੇ ਬੜੇ ਬੜੇ ਵਿਦਵਾਨ ਤੇ ਪੰਡਿਤ ਲੋਕ ਲੋਭ ਵਿੱਚ ਫਸ ਕੇ ਮਾਇਆ ਦੇ ਹੱਥੀਂ ਠੱਗੇ ਜਾਂਦੇ ਨੇ। ਤੁਸੀਂ ਦੇਖਿਆ ਬੜੇ ਬੜੇ ਸਾਧੂ ਮਹਾਪੁਰਸ਼ ਕਿਸ ਤਰ੍ਹਾਂ ਜੇਲ੍ਹਾਂ 'ਚ ਬੈਠੇ, ਕਿਸ ਤਰ੍ਹਾਂ ਮਾਇਆ ਨੇ ਠੱਗਿਆ ਲਾਲਚ ਦੇ ਪਿੱਛੇ। ਪੰਡਤ ਮੋਹੇ, ਮੋਹੇ ਗਏ, ਮਾਇਆ ਨੇ ਮੋਹ ਲਿਆ, ਕਾਮ ਵਾਸ਼ਨਾ ਨੇ ਮੋਹ ਲਿਆ, ਮਾਇਆ ਨੇ ਮੋਹ ਲਿਆ, ਅੰਦਰ ਲੋਭ ਪ੍ਰਗਟ ਹੋ ਗਿਆ, ਭਗਤੀ ਦੇ ਸਾਈਡ ਤੇ ਰਹਿ ਗਈ, ਕਿਤੇ ਰੱਬ ਦੀ ਭਗਤੀ ਸਾਈਡ ਉੱਪਰ ਰਹਿ ਗਈ। ਲੋਭ ਲਾਲਚ ਦੇ ਕਾਰਨ, ਵਿਕਾਰਾਂ ਦੇ ਕਾਰਨ। ਹੁਣ ਵੱਡੇ ਵੱਡੇ ਤੁਸੀਂ ਦੇਖੋ ਭਾਰਤ ਦੇਸ਼ ਦੇ ਕਿੰਨੇ ਸੰਤ ਮਹਾਪੁਰਸ਼ ਜੇਲ੍ਹਾਂ 'ਚ ਬੈਠੇ। ਇਹ ਜਿਹੜੀ ਮਾਇਆ ਹੈ, ਇਹ ਜਦੋਂ ਪ੍ਰਭਾਵ ਪਾਉਂਦੀ ਹੈ, ਇਹ ਬੜੇ ਬੜੇ ਪੰਡਤਾਂ ਨੂੰ, ਬੜੇ ਬੜੇ ਜੋਗੀਆਂ ਨੂੰ, ਬੜੇ ਬੜੇ ਤਪੱਸਵੀਆਂ ਨੂੰ ਥੱਲੇ ਸੁੱਟ ਦਿੰਦੀ। ਦਾ ਆਤਮਿਕ ਜੀਵਨ ਜਿਹੜਾ ਹੈ ਉਹਨੂੰ ਚੁੱਕ ਕੇ ਉਚਾਈ ਤੋਂ ਥੱਲੇ ਸੁੱਟਦੀ ਹੈ। ਇਹਨੂੰ ਪਤਾ ਨਹੀਂ ਲੱਗਦਾ, ਇਸ ਜੀਵ ਨੂੰ ਪਤਾ ਨਹੀਂ ਲੱਗਦਾ ਕਿ ਮੇਰੇ ਨਾਲ ਹੋਇਆ ਕੀ। ਭਾਵੇਂ ਕਰੋੜਾਂ ਬੰਦੇ ਦੇ ਮਗਰ ਲੱਗੇ ਹੋਣ, ਕਰੋੜਾਂ ਅਰਬਾਂ ਸ਼ਰਧਾਲੂ ਹੋਣ, ਪਰ ਜਦੋਂ ਮਾਇਆ ਦਾ ਪ੍ਰਭਾਵ ਪੈਂਦਾ ਉਹ ਜੀਵ ਅੰਨਾ ਹੋ ਜਾਂਦਾ, ਪਤਾ ਨਹੀਂ ਲੱਗਦਾ ਹੋਇਆ ਕੀ। ਤੇ ਗੁਰੂ ਮਹਾਰਾਜ ਕਹਿ ਰਹੇ ਨੇ ਪੰਡਤ ਮੋਹੇ ਲੋਭ ਸਬਾਏ, ਤ੍ਰੈ ਗੁਣ ਮੋਹੇ ਮੋਹਿਆ ਆਕਾਸ਼। ਤ੍ਰੈ ਗੁਣ, ਸਾਰੇ ਤ੍ਰੈ ਗੁਣੀ ਜੀਵ ਠੱਗੇ ਜਾ ਰਹੇ ਨੇ, ਦੇਵਤੇ ਵੀ ਠੱਗੇ ਜਾ ਰਹੇ ਨੇ। ਤ੍ਰੈ ਗੁਣ ਮੋਹੇ ਮੋਹਿਆ ਆਕਾਸ਼। ਇਸ ਮਾਇਆ ਦੇ ਪ੍ਰਭਾਵ ਵਿੱਚ ਸਾਰੇ ਜੀਵ ਜਿਹੜੇ ਠੱਗੇ ਜਾ ਰਹੇ, ਜੀਵ ਨੂੰ ਸਮਝ ਨਹੀਂ ਆ ਰਹੀ, ਇਹਦੀ ਮੱਤ ਮਾਰੀ ਜਾਂਦੀ ਹੈ, ਵੱਖਰੀਆਂ ਵੱਖਰੀਆਂ ਰੂਪਾਂ ਵਿੱਚ ਪੈਂਦੀ ਹੈ। ਫਿਰ ਬੰਦਾ ਵਿਕਾਰਾਂ 'ਚ ਪੈਂਦਾ, ਨਸ਼ਿਆਂ 'ਚ ਪੈਂਦਾ, ਮਾਇਆ ਇਹਨੂੰ ਖਾ ਜਾਂਦੀ ਹੈ ਜੀਵ ਨੂੰ। ਤ੍ਰੈ ਗੁਣ ਮੋਹੇ ਮੋਹਿਆ ਆਕਾਸ਼।
ਹਮ ਸਤਿਗੁਰ ਰਾਖੇ ਦੇ ਕਰ ਹਾਥ। ਸਾਨੂੰ ਤਾਂ ਗੁਰੂ ਨੇ ਆਪਣਾ ਹੱਥ ਦੇ ਕੇ ਇਸ ਮਾਇਆ ਤੋਂ ਬਚਾ ਲਿਆ। ਗੁਰੂ ਕੌਣ ਹੈ? ਪ੍ਰਮਾਤਮਾ ਆਪ ਹੈ। ਉਹ ਆਪੇ ਜੀਵ ਨੂੰ ਚੰਗੀ ਸਮਝ ਦਿੰਦਾ ਹੈ। ਜਦੋਂ ਅੰਦਰੋਂ ਤੁਸੀਂ ਉਹਦੇ ਅੱਗੇ ਅਰਦਾਸ ਕਰੋਗੇ ਤੁਹਾਨੂੰ ਬਚਾ ਲਏਗਾ। ਉਹ ਤੁਹਾਡੀ ਰੱਖਿਆ ਕਰੇਗਾ, ਇਸ ਮਾਇਆ ਤੋਂ ਹੀ ਬਚਾਏਗਾ। ਕਿਉਂਕਿ ਜੈਸੀ ਅਗਨ ਉਦਰ में तैसी बाहर माया। माया अगन सब इको जेही करता खेल रचाया। ਮਾਂ ਦੇ ਪੇਟ ਵਿੱਚ ਵੀ ਉਹ ਵੀ ਇੱਕ ਮਾਇਆ ਹੈ ਜਿੱਥੇ ਜੀਵ ਰਹਿੰਦਾ, ਪਰ ਉੱਥੇ ਪ੍ਰਮਾਤਮਾ ਇਹਨੂੰ ਆਪ ਬਚਾਉਂਦਾ। ਹੁਣ ਅਸੀਂ ਬਾਹਰ ਆ ਗਏ ਹਾਂ, ਇਹ ਵੱਡਾ ਗਰਭ ਹੈ ਮਾਇਆ ਦਾ। ਇਹਦੇ ਵਿੱਚ ਵੀ ਆ ਗਏ ਹਾਂ, ਅੱਗ ਲੱਗੀ ਪਈ ਹੈ। ਅੱਗ ਲੱਗਣ ਤੋਂ ਭਾਵ ਇਹ ਹੈ ਜੀਵ ਨੂੰ ਅਟਰੈਕਟ ਕਰ ਰਹੀ ਹੈ, ਜੀਵ ਨੂੰ ਮੋਹ ਰਹੀ ਹੈ। ਜੀਵ ਨੂੰ ਮਾਇਆ ਇਹ ਕਹਿ ਰਹੀ ਹੈ ਕਿ ਮੈਂ ਹੀ ਸੱਚ ਹਾਂ। ਮਾਇਆ ਇਹ ਕਹਿ ਰਹੀ ਹੈ ਕਿ ਮੇਰੀ ਹੀ ਸਰਕਾਰ ਹੈ, ਤੂੰ ਅਸਲੀ ਜਗ੍ਹਾ ਤੇ ਆਇਆ ਹੈ, ਇਹ ਤੇਰਾ ਹੀ ਘਰ ਹੈ। ਇਸ ਨੂੰ ਮੋਹ ਲੈਂਦੀ ਹੈ। ਤੇ ਜੀਵ ਜਿਹੜਾ ਹੈ ਅਗਿਆਨਤਾ ਵਸ ਮਾਇਆ ਦੇ ਗਰਭ ਦੇ ਵਿੱਚ ਬੜਾ ਦੁਖੀ ਹੁੰਦਾ ਹੈ। ਪਰ ਇੱਥੇ ਵੀ ਇਹਨੂੰ ਪ੍ਰਮਾਤਮਾ ਦੀ ਯਾਦ ਤੇ ਪ੍ਰਮਾਤਮਾ ਦਾ ਨਾਮ ਬਚਾ ਸਕਦਾ ਹੈ। ਜੇ ਉਹਦੀ ਯਾਦ ਇਹਦੇ ਅੰਦਰ ਰਵੇ ਤੇ ਇਹ ਜੀਵ ਜਿਹੜਾ ਹੈ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਸਕਦਾ ਹੈ। ਨਹੀਂ ਤੇ ਪੋਸੀਬਲ ਨਹੀਂ ਹੈ ਇੱਥੇ ਬਚਣਾ। ਜੋ ਅਸੀਂ ਦੇਖ ਰਹੇ ਹਾਂ ਬਾਹਰ, ਜਿਹੜੀ ਚੀਜ਼ ਨੂੰ ਅਟਰੈਕਟ ਕਰ ਰਹੀ ਹੈ, ਲੋਭ, ਵਿਕਾਰ, ਇਹ ਜਿਹੜੇ ਸਾਰੇ ਜੀਵ ਨੂੰ ਅਟਰੈਕਟ ਕਰ ਰਹੇ ਨੇ, ਜੀਵ ਇਸ ਤੋਂ ਬਚ ਨਹੀਂ ਸਕਦਾ। ਜੇ ਪ੍ਰਮਾਤਮਾ ਦੀ ਯਾਦ ਤੇਰੇ ਅੰਦਰ ਹੈ, ਗੁਰੂ ਦਾ ਗਿਆਨ ਤੇਰੇ ਅੰਦਰ ਬਲ ਰਿਹਾ, ਤੂੰ ਉਹ ਵਾਲਾ ਸੌਫਟਵੇਅਰ ਨੂੰ ਐਕਟੀਵੇਟ ਕਰ ਦੇ ਅੰਦਰੋਂ, ਤੂੰ ਉਸ ਚੀਜ਼ ਨੂੰ ਖੋਲ ਦੇ ਅੰਦਰੋਂ। ਉਹੀ ਚੀਜ਼ ਤੈਨੂੰ ਬਚਾਏਗੀ। ਉਹੀ ਚੀਜ਼ ਤੇਰੇ ਅੰਦਰੋਂ ਉਹ ਮਾਇਆ ਦਾ ਵਾਇਰਸ ਜਿਹੜਾ ਹੈ ਉਹ ਖਤਮ ਕਰ ਸਕਦੀ ਹੈ। ਨਹੀਂ ਤੇ ਜੀਵ ਤੂੰ ਨਹੀਂ ਬਚੇਗਾ। ਜਿਸ ਤਰ੍ਹਾਂ ਮੋਬਾਈਲ ਫੋਨ ਦੇ ਵਿੱਚ ਜ਼ਿਆਦਾ ਫਾਈਲਾਂ ਇਕੱਠੀਆਂ ਹੋ ਜਾਣ, ਵਾਇਰਸ ਆ ਜਾਏ, ਅਸੀਂ ਐਂਟੀ ਵਾਇਰਸ ਦੇ ਸੌਫਟਵੇਅਰ ਨੂੰ ਖੋਲਦੇ ਹਾਂ, ਫਟੋਫਟ ਡਿਲੀਟ ਕਰਦੇ ਹਾਂ। ਉਸੇ ਤਰ੍ਹਾਂ ਪ੍ਰਮਾਤਮਾ ਦੇ ਨਾਮ ਨੂੰ ਅਸੀਂ ਅੰਦਰ ਸਾਂਭ ਕੇ ਰੱਖਣਾ ਹੈ। ਜੇ ਪ੍ਰਮਾਤਮਾ ਦੇ ਨਾਮ ਨੂੰ ਸਾਂਭ ਕੇ ਰੱਖਾਂਗੇ, ਅਸੀਂ ਉਹਨੂੰ ਖੋਲਣਾ ਹੈ। ਫਿਰ ਜਦੋਂ ਪ੍ਰਮਾਤਮਾ ਦਾ ਨਾਮ ਸਾਡੇ ਅੰਦਰੋਂ ਖੁੱਲੇਗਾ, ਉਹ ਝੂਠੀ ਮਾਇਆ ਨੂੰ ਡਿਲੀਟ ਕਰ ਦੇਗਾ। ਜਿੰਨੀਆਂ ਐਕਸਟਰਾ ਫਾਈਲਾਂ ਨੇ, ਜਿੰਨੀਆਂ ਸੋਚਾਂ ਨੇ, ਜਿੰਨੇ ਤੇਰੇ ਅੰਦਰ ਝੂਠੇ ਵਿਚਾਰ ਬਣ ਰਹੇ ਨੇ, ਕਿਉਂਕਿ ਮਨ ਦਾ ਜਿਹੜਾ ਸੁਭਾਅ ਹੈ ਇਹਨੇ ਆਟੋਮੈਟਿਕ ਝੂਠੇ ਵਿਚਾਰ ਬਣਾਣੇ। ਇਹਨੇ ਆਟੋਮੈਟਿਕ ਝੂਠੇ ਵਿਚਾਰਾਂ ਨੂੰ ਕੈਚ ਕਰਨਾ ਹੈ ਤੇ ਉਹਦੇ ਮਨ ਜਿਹੜਾ ਉਹਦੇ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਫਿਰ ਉਹ ਉਸੇ ਪਾਸੇ ਚੱਲਣਾ ਸ਼ੁਰੂ ਕਰ ਦਿੰਦਾ ਹੈ। ਪਰ ਜਿਹੜੇ ਤੇਰੇ ਕੋਲ ਪ੍ਰਮਾਤਮਾ ਦੇ ਨਾਮ ਦਾ ਅੰਦਰ ਐਂਟੀ ਵਾਇਰਸ ਹੈ, ਉਹਨੂੰ ਖੋਲਣਾ ਹੈ। ਫਿਰ ਉਹਨੂੰ ਖੋਲਣਾ ਕਿਸ ਤਰ੍ਹਾਂ ਹੈ? ਉਹਨੂੰ ਯਾਦ ਕਰਨਾ ਹੈ, ਸੱਚ ਨੂੰ ਯਾਦ ਕਰਨਾ ਹੈ। ਸੱਚ ਨੂੰ ਯਾਦ ਕਰਨਾ ਹੈ ਤੇ ਹੋਏਗਾ ਕਿ ਉਸ ਵੇਲੇ ਗਿਆਨ ਦੀ ਇੱਕ ਆਂਧੀ ਤੇਰੇ ਅੰਦਰ ਚੱਲੇਗੀ, ਸੱਚ ਦੇ ਗਿਆਨ ਦੀ ਆਂਧੀ। ਤੇ ਭਗਤ ਕਬੀਰ ਜੀ ਕਹਿ ਰਹੇ ਨੇ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਰਹੇ ਨਾ ਮਾਇਆ ਬਾਂਧੀ। ਜਦੋਂ ਸਤਿਗੁਰੂ ਦੇ ਗਿਆਨ ਦੀ ਆਂਧੀ ਅੰਦਰ ਚੱਲਦੀ ਹੈ, ਜਿੰਨੇ ਵਿਚਾਰ ਤੇਰੇ ਅੰਦਰ ਨੇ ਉਹ ਸਾਰਿਆਂ ਨੂੰ ਉਡਾ ਦਿੰਦੀ ਹੈ। ਜਿਸ ਤਰ੍ਹਾਂ ਮੋਬਾਈਲ ਵਿੱਚ ਅਸੀਂ ਐਂਟੀ ਵਾਇਰਸ ਸੌਫਟਵੇਅਰ ਘੁਮਾਉਂਦੇ ਆ, ਉਸ ਵੇਲੇ ਜਿੰਨੀਆਂ ਐਕਸਟਰਾ ਫਾਈਲਾਂ ਨੇ, ਜਿੰਨਾ ਵਾਇਰਸ ਹੈ, ਸਾਰਾ ਬਾਹਰ ਨਿਕਲ ਜਾਂਦਾ ਹੈ। ਫਿਰ ਅਸੀਂ ਕਰਨਾ ਕੀ ਹੈ? ਹਰ ਵੇਲੇ ਆਪਣਾ ਕਨੈਕਸ਼ਨ ਜਿਹੜਾ ਹੈ ਰੱਬ ਨਾਲ ਜੋੜ ਕੇ ਰੱਖਣਾ ਹੈ। ਆਪਣੀ ਸੋਚ ਨੂੰ ਪ੍ਰਮਾਤਮਾ ਦੇ ਨਾਲ ਰੱਖਣਾ ਹੈ। ਜਦੋਂ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਾਂਗੇ, ਅੰਦਰ ਧਿਆਨ ਪ੍ਰਮਾਤਮਾ ਵਾਲੇ ਪਾਸੇ ਦਿਆਂਗੇ, ਤੇ ਸਾਡਾ ਜਿਹੜਾ ਐਂਟੀ ਵਾਇਰਸ ਜਿਹੜਾ ਸੌਫਟਵੇਅਰ ਹੈ ਪ੍ਰਮਾਤਮਾ ਦੇ ਨਾਮ ਦਾ, ਉਹਨੇ ਅੰਦਰ ਘੁੰਮੀ ਜਾਣਾ ਹੈ, ਉਹਨੇ ਘੁੰਮੀ ਜਾਣਾ ਹੈ ਤੇ ਬਾਹਰਲਾ ਵਾਇਰਸ ਉਹਨੇ ਅੰਦਰ ਆਉਣ ਨਹੀਂ ਦੇਣਾ। ਜੀਵ ਇਹ ਤੈਨੂੰ ਸਮਝਣਾ ਪਏਗਾ, ਪ੍ਰਮਾਤਮਾ ਨੂੰ ਚੇਤੇ ਰੱਖੇਗਾ ਲਗਾਤਾਰ। ਜਿਸ ਤਰ੍ਹਾਂ ਅਸੀਂ ਲਗਾਤਾਰ ਐਂਟੀ ਵਾਇਰਸ ਨੂੰ ਅਪਡੇਟ ਕਰਦੇ ਹਾਂ, ਜੇ ਉਹ ਲਗਾਤਾਰ ਅਪਡੇਟ ਹੁੰਦਾ ਰਹੇ
ਤੇ ਬਾਕੀ ਕੰਪਿਊਟਰਾਂ ਦੇ ਵਾਇਰਸ ਜਿਹੜੇ ਨੇ ਉਹ ਸਾਡੇ ਕੰਪਿਊਟਰ ਦੇ ਵਿੱਚ ਨਹੀਂ ਆ ਪਾਣਗੇ, ਆਉਣ ਤੋਂ ਪਹਿਲੇ ਹੀ ਉਹਨੂੰ ਬਾਹਰ ਹੀ ਉਹਨੂੰ ਡਿਲੀਟ ਕਰ ਦਿੱਤਾ ਜਾਏਗਾ। ਤੇ ਉਸੇ ਤਰ੍ਹਾਂ ਜੇ ਸਾਡੀ ਸੋਚ ਮੰਡਲ ਜਿਹੜੀ ਹੈ, ਸੁਰਤ ਜਿਹੜੀ ਹੈ, ਜੇ ਪ੍ਰਮਾਤਮਾ ਦੇ ਨਾਲ ਜੁੜੀ ਰਹੇਗੀ ਤੇ ਅਸੀਂ ਇਸ ਮਾਇਆ ਦੇ ਪ੍ਰਭਾਵ ਤੋਂ ਬਚੇ ਰਹਾਂਗੇ। ਨਹੀਂ ਤੇ ਜੇ ਪ੍ਰਮਾਤਮਾ ਨਾਲ ਟੁੱਟੇ ਨਹੀਂ, ਪ੍ਰਮਾਤਮਾ ਦੀ ਯਾਦ ਭੁੱਲੀ ਨਹੀਂ, ਤੇ ਸਾਰਾ ਵਾਇਰਸ ਤੇਰੇ ਅੰਦਰ ਆਇਆ ਨਹੀਂ। ਕਿਤੇ ਇਹ ਨਾ ਹੋਏ ਤੂੰ ਅਪਡੇਟ ਹੀ ਨਾ ਕਰੇ, ਵਾਇਰਸ ਤੇਰੇ ਅੰਦਰ ਇੰਨਾ ਆ ਜਾਏ, ਤੂੰ ਇੰਨਾ ਕਾਲਾ ਹੋ ਜਾਏ, ਫਿਰ ਉਹ ਉੱਥੇ ਐਂਟੀਵਾਇਰਸ ਵੀ ਕੰਮ ਨਾ ਕਰੇ। ਇਸ ਕਰਕੇ ਆਪਣੇ ਆਪ ਨੂੰ ਰੱਬ ਨਾਲ ਜੋੜ ਕੇ ਰੱਖ, ਕਿਉਂਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਿਉਂਕਿ ਸੱਚ ਨਾਲ ਜੁੜਿਆ ਰਹਿ। ਅਸਲ ਵਿੱਚ ਸੱਚ ਹੀ ਅਸਲੀ ਸੱਚ ਹੈ, ਸੱਚ ਹੀ ਜੀਵਨ ਹੈ। ਇਹ ਜਿਹੜੀ ਮਾਇਆ ਅਸੀਂ ਵੇਖ ਰਹੇ ਹਾਂ ਇਹ ਵੀ ਪ੍ਰਮਾਤਮਾ ਦੀ ਹੈ, ਪਰ ਇਹ ਸੱਚ ਨਹੀਂ ਹੈ। ਇਹ ਇੱਕ ਸੱਚ ਦੀ ਛਾਇਆ ਹੈ ਜਿਹਦੇ ਕਾਰਨ ਅਸੀਂ ਛਲੇ ਜਾ ਰਹੇ ਹਾਂ। ਤੇ ਇਸ ਕਰਕੇ ਸੰਸਾਰ ਜਿਹੜਾ ਅਸੀਂ ਵੇਖ ਰਹੇ ਹਾਂ ਇਹ ਦ੍ਰਿਸ਼ਟਮਾਨ ਸੰਸਾਰ, ਇਹਦੇ ਮੋਹ 'ਚ ਨਹੀਂ ਫਸਣਾ, ਕਿਉਂਕਿ ਇੱਥੇ ਜੀਵ ਰੱਬ ਨੇ ਪੈਦਾ ਕੀਤੇ। ਬੰਦਿਆਂ ਤੂੰ ਫਸੀ ਨਾ ਸੰਸਾਰ ਵੇਖ ਕੇ, ਤੇਰਾ ਇੱਥੇ ਕੋਈ ਵੀ ਨਹੀਂ ਰੱਬ ਦੇ ਸਿਵਾਏ, ਸਾਡਾ ਪ੍ਰਮਾਤਮਾ ਦੇ ਸਿਵਾਏ ਕੋਈ ਵੀ ਨਹੀਂ। ਇਹ ਜਿੰਨੇ ਜੀਵ ਅਸੀਂ ਦੇਖ ਰਹੇ ਹਾਂ, ਭਾਵੇਂ ਘਰ ਦੇ ਜੀਵ ਦੇਖ ਰਹੇ ਹਾਂ, ਪਰਿਵਾਰ ਦੇ ਜੀਵ ਦੇਖ ਰਹੇ ਹਾਂ, ਭਾਵੇਂ ਅਸੀਂ ਬਾਹਰ ਵੇਖ ਰਹੇ ਹਾਂ, ਇਹਨਾਂ ਨੂੰ ਵੀ ਜਨਮ ਦਿੱਤਾ ਹੈ ਪ੍ਰਮਾਤਮਾ ਨੇ। ਪਰ ਅਸੀਂ ਇਹਨਾਂ ਨਾਲ ਮੋਹ ਨਹੀਂ ਪਾਣਾ, ਅਸੀਂ ਯਾਦ ਰੱਖਣਾ ਪ੍ਰਮਾਤਮਾ ਨੂੰ ਤੇ ਬਾਕੀ ਜੀਵਾਂ ਨੂੰ ਵੀ ਜਗਾਣਾ। ਆਪੇ ਵੀ ਜਾਗਣਾ ਹੈ, ਬਾਕੀਆਂ ਨੂੰ ਵੀ ਜਗਾਣਾ ਹੈ, ਕਿਉਂਕਿ ਪ੍ਰਮਾਤਮਾ ਦੀ ਖੇਡ ਚੱਲ ਰਹੀ ਹੈ ਇਸ ਸੰਸਾਰ ਦੇ ਵਿੱਚ, ਰੱਬ ਦੀ ਖੇਡ ਚੱਲ ਰਹੀ ਹੈ। ਤੁਸੀਂ ਇਸ ਖੇਡ ਨੂੰ ਵੇਖੋ ਪਰ ਅੰਦਰ ਫਸੋ ਨਹੀਂ। ਜਿਹੜੇ ਜੀ ਫਸਦੇ ਨੇ ਉਹਨਾਂ ਦਾ ਪਤਾ ਲੱਗ ਜਾਂਦਾ ਹੈ। ਜੇ ਮਨ ਡਾਵਾਂਡੋਲ ਹੈ, ਮਨ ਝੂਰ ਰਿਹਾ ਹੈ, ਮਨ ਦੁਖੀ ਹੈ, ਸਮਝ ਲਓ ਮਾਇਆ ਦਾ ਪ੍ਰਭਾਵ ਪੈ ਚੁੱਕਿਆ ਹੈ। ਹੁਣ ਆਪਣੇ ਅੰਦਰ ਤੁਸੀਂ ਰੱਬ ਦੇ ਨਾਂ ਦੇ ਨਾਲ ਤੁਸੀਂ ਜੁੜੋ, ਉਹਦੇ ਸੌਫਟਵੇਅਰ ਨੂੰ ਐਕਟੀਵੇਟ ਕਰੋ ਜੇ ਇੱਥੋਂ ਬਚਣਾ ਹੈ। ਤੇ ਅੱਜ ਗੁਰੂ ਮਹਾਰਾਜ ਇਸੇ ਸ਼ਬਦ ਵਿੱਚ ਸਾਨੂੰ ਦੱਸ ਰਹੇ ਨੇ, ਤ੍ਰੈ ਗੁਣ ਮੋਹੇ ਮੋਹਿਆ ਆਕਾਸ਼, ਹਮ ਸਤਿਗੁਰ ਰਾਖੇ ਦੇ ਕਰ ਹਾਥ, ਗਿਆਨੀ ਕੀ ਹੋਏ ਵਰਤੀ ਦਾਸ। ਹੁਣ ਗਿਆਨੀ ਗੁਰੂ ਮਹਾਰਾਜ ਕਹਿ ਰਹੇ, ਜਿਹੜਾ ਬੰਦਾ ਗਿਆਨੀ ਹੈ, ਜਿਨੇ ਪ੍ਰਮਾਤਮਾ ਦੇ ਨਾਲ ਸਾਂਝ ਪਾਈ ਹੈ। ਗਿਆਨੀ ਕੌਣ ਹੈ? ਜਿਹੜਾ ਆਪਣੇ ਅੰਦਰ ਪ੍ਰਮਾਤਮਾ ਦਾ ਗਿਆਨ ਰੱਖਦਾ ਹੈ, ਉਹਦੀ ਫਿਰ ਦਾਸੀ ਬਣ ਜਾਂਦੀ ਹੈ। ਗਿਆਨੀ ਕੀ ਹੋਏ ਵਰਤੀ ਦਾਸ। ਗਿਆਨੀ ਦੇ ਵਿੱਚ ਉਹ ਗਿਆਨ ਨੂੰ ਕੈਚ ਕਰਦਾ ਹੈ, ਉਹ ਗਿਆਨ ਦੁਆਰਾ ਰੱਬ ਨੂੰ ਯਾਦ ਕਰਦਾ ਹੈ, ਗਿਆਨ ਦੁਆਰਾ ਉਹਦੀ ਸੁਰਤ ਜਿਹੜੀ ਹੈ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਹੈ। ਅੰਦਰੋਂ ਉਹਦਾ ਕਨੈਕਸ਼ਨ ਰੱਬ ਨਾਲ ਜੁੜਿਆ ਰਹਿੰਦਾ ਹੈ। ਉਹਦੇ ਉੱਤੇ ਫਿਰ ਮਾਇਆ ਦਾ ਜਿਹੜਾ ਪ੍ਰਭਾਵ ਹੈ ਉਹ ਨਹੀਂ ਪੈਂਦਾ। ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ। ਉਹਦੇ ਅੱਗੇ ਦੋਵੇਂ ਹੱਥ ਜੋੜਦੀ ਹੈ ਮਾਇਆ, ਉਹਦੀ ਸੇਵਾ ਕਰਦੀ ਹੈ, ਉਹਦੀ ਅੱਗੇ ਬੇਨਤੀ ਕਰਦੀ ਹੈ। ਕਰ ਜੋੜੇ ਸੇਵਾ ਕਰੇ ਅਰਦਾਸ, ਜੋ ਤੂੰ ਕਰੇ ਸੋ ਕਾਰ ਕਮਾਵਾਂ। ਤੇ ਕਹਿੰਦੀ ਆ ਉਹਨੂੰ ਮਾਇਆ, ਜੋ ਤੂੰ ਕਰੇ ਮੈਂ ਉਹੀ ਕਰਾਂਗੀ, ਉਹੀ ਕਾਰ ਕਰਾਂਗੀ ਜਿਹੜੀ ਤੂੰ ਆਖੇ। ਭਾਵ ਉਹਦੇ ਫਿਰ ਵਸ ਵਿੱਚ ਆ ਜਾਂਦੀ ਹੈ ਮਾਇਆ। ਗਿਆਨੀ ਨੂੰ ਕੁਛ ਨਹੀਂ ਕਹਿੰਦੀ। ਜਦੋਂ ਬੰਦੇ ਅੰਦਰ ਗੁਰੂ ਦੇ ਗਿਆਨ ਦੇ ਨਾਲ, ਗੁਰੂ ਦਾ ਗਿਆਨ ਜਦੋਂ ਅੰਦਰ ਬਲਦਾ ਏ, ਗੁਰ ਗਿਆਨ ਘਟ ਬਲਿਆ ਹਰ ਲੱਦਾ ਰਤਨ ਪਦਾਰਥੋ। ਜਦੋਂ ਗੁਰੂ ਦਾ ਗਿਆਨ ਅੰਦਰ ਬਲਦਾ ਏ, ਗੁਰੂ ਦੇ ਗਿਆਨ ਬਲਣ ਦੇ ਕਾਰਨ ਮਾਇਆ ਫਿਰ ਉਸ ਜੀਵ ਨੂੰ ਕੁਛ ਨਹੀਂ ਕਹਿੰਦੀ, ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹਦੇ ਵਸ ਵਿੱਚ ਆ ਜਾਂਦੀ। ਕਰ ਜੋੜੇ
सेवा करे अरदास, जो तू करे सो कार कमावा, जन नानक गुरमुख नेड़ नावा। गुरु महाराज कहते माया कहती है मैं उस बंदे दे मनुख दे नेड़े नहीं ढुकदी नहीं आउंदी, ओदे दे अपना दबाव नहीं पांदी, जेड़ा गुरु दी शरण पैंदा है, जेड़ा गुरु दी शरण पैंदा है, जेड़ा रब नूं चेते करदा है, ओदे कोल ढुकदी नहीं, ओदे अंदर अपना प्रभाव नहीं ओदा पैंदा। ਉਹ फिर बंदा ਜਿਹੜਾ है इस माया के प्रभाव तो, काम तो, क्रोध तो, लोभ तो, मोह तो, हंकार तो वो जीव बच जाता है। माया के बड़े स्वरूप ने, बड़े बड़े किस्म के नाल जीव नूं भटकांदी है, इनू समझाती है जीव नूं कि मैं ही सच हाँ। जिस जीव ने इस माया नूं सच मन्निया, इहदे पिछे भजिया, इहदे पिछे दौड़िया, इनू इकट्ठा करन दा उन्हें टारगेट रखिया, फिर उस नूं खा जाती है। पर जिहदे ते गुरु की मेहर हुंदी है, ज्ञानी बंदे नूं जिन्हों पता लग जाता है, गुरु नूं दस देंदा है कि सच्चा धन किहड़ा है, फिर उहदे नेड़े नहीं आउंदी। जो तू करे सो कार कमावा, जन नानक गुरमुख नेड़ नावा। वाहेगुरु 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 वाहेगुरु। माया का स्वरूप की है? जिस घर विच झगड़े शुरू हो गए क्रोध के कारण, विकारां के कारण, लोभ के कारण, मोह के कारण, हंकार के कारण, जिस घर में झगड़े शुरू हो गए, जीवां दी आपस में नहीं बन रही, समझ लो माया का प्रभाव पै गया। माया उत्थे पै गई है, माया ने बेचैनी ले आंदी है, माया वरत गई है। हुण करना की है? जे ते सारे जीव सियाणे होण, बह के गुरु दे शब्द दे विचार करन, तां जाके उस माया का प्रभाव घटेगा, तां जाके गुरु महाराज कहते हैं वो परिवार बैठेगा तो रब की भगती करेगा। क्योंकि गुरु महाराज का हुक्म है कि होए इकत्तर मिलो मेरे भाई, दुविधा दूर करो लिव लाए। असी तो इकट्ठे होना सी, बहना सी, बह के विचार करनी सी, गुरु के शब्द की दुविधा नूं दूर करना सी, इस माया के प्रभाव नूं कढ़ना सी, असी सच नूं याद करना सी। पर होया कि माया पहले पै गई, आके माया ने घर विच लड़ाई के झगड़े शुरू करवा दिते। माया का काम की है कि इन्हें लड़ाइयां लवाणियां घर घर विच झगड़े करवाने ने। बस समझ आओ जिथे झगड़ा हो रहा है माया पै गई है। इस करके इहदा इको काट है। गुरु महाराज कह रहे होए इकत्तर मिलो मेरे भाई, दुविधा दूर करो लिव लाए। वाहिगुरू जी का खालसा।